ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 10th ਸਰਕਲਸ। ਸੋ ਜਿਸ ਦੀ ਅਸੀਂ ਐਕਸਰਸਾਈਜ਼ ਕਰ ਰਹੇ ਹਾਂ 10.2 ਐਂਡ ਕੁਐਸਚਨ ਹੈ ਸਾਡਾ 12th। ਸੋ ਕੁਐਸਚਨ 'ਚ ਕੀ ਆ ਸਾਡੇ ਕੋਲ 4 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਬਾਹਰਲੇ ਪਾਸੇ ਛੂੰਹਦਾ ਹੋਇਆ ਇੱਕ ਤ੍ਰਿਭੁਜ ABC ਇਸ ਤਰ੍ਹਾਂ ਖਿੱਚਿਆ ਗਿਆ ਹੈ ਕਿ ਰੇਖਾਖੰਡ BD ਅਤੇ DC ਸਪਰਸ਼ ਬਿੰਦੂ D ਦੁਆਰਾ BC ਵਿਭਾਜਿਤ ਹੈ। ਦੀਆਂ ਲੰਬਾਈਆਂ ਕ੍ਰਮਵਾਰ 8 ਸੈਂਟੀਮੀਟਰ ਤੇ 6 ਸੈਂਟੀਮੀਟਰ ਹਨ। ਭੁਜਾਵਾਂ AB ਅਤੇ AC ਪਤਾ ਕਰੋ। ਹੁਣ ਜਿਸ ਤਰ੍ਹਾਂ ਅਸੀਂ ਸਟੇਟਮੈਂਟ ਵਿੱਚ ਪੜ੍ਹਿਆ ਹੈ ਤਾਂ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਜਿਹੜੀ ਆਕ੍ਰਿਤੀ ਜਾਂ ਫਿਗਰ ਹੈ ਉਹ ਦਿੱਤੀ ਗਈ ਹੈ। ਸੋ ਇਸ ਦੇ ਵਿੱਚ ਸਾਡੇ ਕੋਲ ਕੀ ਸੀਗਾ ਗਿਵਨ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਕੇਂਦਰ O ਵਾਲਾ ਚੱਕਰ, ਫਿਰ ਸਾਡੇ ਕੋਲ ਕੀ ਹੈ ਇਸ ਦੇ ਬਾਹਰੀ ਸਿਰਿਆਂ ਨੂੰ ਛੂੰਹਦਾ ਹੋਇਆ ਤ੍ਰਿਭੁਜ ABC। ਸੋ ਜਿਸ ਨੂੰ ਅਸੀਂ ਕਿਹੜਾ ਤ੍ਰਿਭੁਜ ਬੋਲਦੇ ਹਾਂ, ਸਰਕਮ ਸਕਰਾਈਬ। ਸੋ ਜਿਹੜਾ ਚੱਕਰ ਦੇ ਬਾਹਰੀ ਹਿੱਸਿਆਂ ਨੂੰ ਛੂੰਹਦਾ ਹੋਇਆ ਬਣਦਾ ਉਹ ਸਾਡਾ ਸਰਕਮ ਸਕਰਾਈਬ ਜਿਹੜਾ ਟ੍ਰਾਇੰਗਲ ਬਣ ਜਾਂਦੀ ਹੈ। ਸੋ ਉਸ ਤੋਂ ਬਾਅਦ ਸਾਨੂੰ ਕਿਹਾ ਗਿਆ ਹੈ ਕਿ BC ਰੇਖਾਖੰਡ ਨੂੰ ਬਿੰਦੂ D BD ਅਤੇ DC ਵਿੱਚ ਵਿਭਾਜਿਤ। ਸੋ ਜਿਹੜਾ ਸ਼ਬਦ ਵਿਭਾਜਿਤ ਹੈ ਜਿਸ ਦਾ ਮਤਲਬ ਹੈ ਵੰਡਣਾ, ਵਿਭਾਜਿਤ ਕਰਦਾ ਹੈ। ਸੋ BC ਤੇ ਇੱਕ ਬਿੰਦੂ ਹੈ ਸਾਡੇ ਕੋਲ, ਜਿਹੜਾ ਪੁਆਇੰਟ ਹੈ ਸਾਡਾ D ਪੁਆਇੰਟ, ਇਹਦਾ ਮਤਲਬ ਸਾਡੇ ਕੋਲ ਇਹ ਪੁਆਇੰਟ ਆ ਗਿਆ D। ਸੋ ਇਹ ਸਾਡੇ ਕੋਲ ਇਸ ਤਰ੍ਹਾਂ ਇਸ ਦਾ ਜਿਹੜਾ ਕਿ ਅਰਧ ਵਿਆਸ ਜਿਹੜਾ ਦਿੱਤਾ ਗਿਆ ਹੈ। ਸੋ ਜਿਹੜੇ ਸਾਡੇ ਕੋਲ CD ਅਤੇ BD ਦਿੱਤੇ ਗਏ ਹਨ ਉਹ ਕੀ ਹਨ ਸਾਡੇ ਕੋਲ CD ਬਰਾਬਰ ਕੋਮਾ ਅਤੇ BD ਬਰਾਬਰ। ਇਹ ਦੋਵੇਂ ਸਾਡੇ ਕੋਲ ਗਿਵਨ ਦਿੱਤੇ ਗਏ ਹਨ 6 ਸੈਂਟੀਮੀਟਰ ਅਤੇ 8 ਸੈਂਟੀਮੀਟਰ। ਸੋ ਸਾਡੇ ਕੋਲ ਇਹ ਕੀ ਹੋ ਗਿਆ 6 ਸੈਂਟੀਮੀਟਰ ਅਤੇ ਇਹ ਸਾਡੇ ਕੋਲ ਕੀ ਹੋ ਗਈ 8 ਸੈਂਟੀਮੀਟਰ। ਸੋ ਕੁਐਸਚਨ 'ਚ ਇੱਕ ਗੱਲ ਦਾ ਧਿਆਨ ਦੇ ਕੇ ਚੱਲਣਾ ਹੈ ਕਿ ਜੇਕਰ ਤਾਂ ਤੁਹਾਨੂੰ ਇਸ ਫਿਗਰ ਦੇ ਬਾਰੇ ਪੂਰਾ ਡਿਟੇਲ ਸਮਝ ਆ ਜਾਂਦੀ ਹੈ ਤਾਂ ਕੁਐਸਚਨ ਤੁਹਾਨੂੰ ਜਿਹੜਾ ਕਲੀਅਰ ਹੋ ਜਾਏਗਾ। ਠੀਕ ਹੈ, ਇਸ ਲਈ ਪੂਰਾ ਧਿਆਨ ਦੇ ਨਾਲ ਜਿਹੜਾ ਕੁਐਸਚਨ ਨੂੰ ਤੁਸੀਂ ਸਮਝਦੇ ਰਹਿਣਾ ਹੈ। ਸੋ ਹੁਣ ਪਤਾ ਕੀ ਕਰਨਾ ਹੈ, ਅਸੀਂ ਉਸ ਦੀ ਗੱਲ ਕਰੀਏ। ਪਤਾ ਕਰਨਾ ਹੈ। ਹੁਣ ਇਸ ਤੋਂ ਇਲਾਵਾ ਸਾਡੇ ਕੋਲ ਦੋ ਭੁਜਾਵਾਂ ਹੋਰ ਹਨ ਤ੍ਰਿਭੁਜ ਦੀਆਂ ਜੋ ਹਨ AC ਅਤੇ AB। ਸੋ AC ਅਤੇ AB ਜਿਹੜੀਆਂ ਹਨ ਅਸੀਂ ਉਹ ਭੁਜਾਵਾਂ ਪਤਾ ਕਰਨੀਆਂ ਹਨ। ਹੁਣ ਦੇਖੋ ਅਸੀਂ ਜੇਕਰ ਇਸ ਫਿਗਰ ਨੂੰ ਵੇਖੀਏ ਤਾਂ ਸਾਡੇ ਕੋਲ ਦੋ ਬਿੰਦੂ ਹੋਰ ਆ ਰਹੇ ਹਨ ਚੱਕਰ ਤੇ ਜਿੱਥੇ ਤ੍ਰਿਭੁਜ ਜਿਹੜੀ ਇਹਨਾਂ ਨੂੰ ਛੂੰਹਦੀ ਹੈ। ਸੋ ਇਹ ਹੋ ਗਿਆ ਸਾਡੇ ਕੋਲ। ਸੋ ਇਹਨਾਂ ਦਾ ਜਿਹੜਾ ਨਾਮ ਹੈ ਅਸੀਂ ਇਸ ਦਾ ਰੱਖ ਲੈਂਦੇ ਹਾਂ P ਅਤੇ ਇਸ ਦਾ ਨਾਮ ਰੱਖ ਲੈਂਦੇ ਹਾਂ ਅਸੀਂ Q। ਹੁਣ ਜੇਕਰ ਅਸੀਂ ਦੇਖੀਏ ਤਾਂ ਸਾਡੇ ਕੋਲ ਸਬੂਤ ਕੀ ਆਉਣਗੇ, ਸਬੂਤ ਹੋਣਗੇ ਸਾਡੇ ਕੋਲ CD ਬਰਾਬਰ PC ਜਾਂ CP ਲਿਖ ਲਓ। ਠੀਕ ਆ, CD ਬਰਾਬਰ ਸਾਡੇ ਕੋਲ ਹੋਏਗੀ CP ਦੇ, ਕਿਉਂ ਹੋਏਗੀ ਲਿਖਦੇ ਹਾਂ ਅਸੀਂ। ਨਾਲ ਹੀ ਸਾਡੇ ਕੋਲ ਜਿਹੜੀ BD ਹੈ ਉਹ ਬਰਾਬਰ ਹੋ ਜਾਏਗੀ BQ ਦੇ। ਕਿਉਂ ਹੋਏਗੀ, ਇਹ ਸਾਡੇ ਕੋਲ ਹੈ ਬਿੰਦੂ C ਤੋਂ ਸਪਰਸ਼ ਰੇਖਾਵਾਂ ਤੇ ਇਹ ਹੈ ਸਾਡੇ ਕੋਲ ਬਿੰਦੂ B ਤੋਂ ਸਪਰਸ਼ ਰੇਖਾਵਾਂ। ਸੋ ਚੱਕਰ ਦੇ ਬਾਹਰੀ ਬਿੰਦੂ ਤੋਂ ਜਦੋਂ ਸਪਰਸ਼ ਰੇਖਾਵਾਂ ਬਣਦੀਆਂ ਹਨ ਤਾਂ ਅਸੀਂ ਪਿਛਲੇ ਕੁਐਸਚਨ 'ਚ ਵੀ ਦੇਖਿਆ ਹੈ ਤਾਂ ਉਹ ਬਰਾਬਰ ਹੁੰਦੀਆਂ ਹਨ। ਇਸ ਲਈ ਸਾਡੇ ਕੋਲ A ਭੁਜਾ ਤੇ A ਬਰਾਬਰ ਹੋ ਗਈ ਅਤੇ A ਵਾਲੀ ਇਸ ਦੇ ਬਰਾਬਰ ਹੋ ਗਈ। ਸੋ ਇਹਦਾ ਮਤਲਬ ਕਿ ਇਹ ਵੀ ਸਾਡੇ ਕੋਲ ਕਿੰਨੀ ਹੋ ਗਈ 6 ਸੈਂਟੀਮੀਟਰ ਸਿਰਫ A ਵਾਲੀ CP, ਤੇ ਇਹ ਸਾਡੇ ਕੋਲ ਹੋ ਗਈ 8 ਸੈਂਟੀਮੀਟਰ। ਹੁਣ ਅਸੀਂ ਪੂਰੀ AB ਫਾਈਂਡ ਕਰਨੀ ਹੈ ਤੇ AC ਪਤਾ ਕਰਨੀ ਹੈ, ਜਿਸ ਦੇ ਵਿੱਚ ਸਾਡੇ ਕੋਲ A ਵਾਲਾ ਹਿੱਸਾ ਜਿਹੜਾ ਕਿ ਉਹ ਨਹੀਂ ਦਿੱਤਾ ਗਿਆ। ਸੋ ਇਹਨਾਂ ਦੋਵਾਂ ਹਿੱਸਿਆਂ ਨੂੰ ਅਸੀਂ ਕੀ ਮੰਨ ਲੈਂਦੇ ਹਾਂ, x ਮੰਨ ਲੈਂਦੇ ਹਾਂ।
सो ये भी साडे को x है अते ये भी साडे कोल x है। इस तो बाद साडे कोल की आंदा है कि जेकर असी इत्थे लिखते हैं मान लो AP बराबर PQ बराबर है x सेंटीमीटर। हुण साडे कोल की हुंदा है कि जो AC है वो हो जाएगी AP प्लस x। देखो ध्यान दे नाल AC विच की आ गया साडे कोल, एक तां साडे कोल AP आ गई ते नाल साडे कोल की आ गया x आ गया। सो इन्हां दोवां नूं प्लस कीता साडे कोल AC बन गई। इस तरह साडे कोल जिहड़ी ABQ आएगी इन्हां दोवां दा सम जिहड़ा वो आ जाएगा ते AB भी साडे कोल आ गई BQ प्लस x। हुण साडे कोल नीचे वाली भुजा देखी की आती है BC, वो आ जाएगी साडे कोल 6 प्लस 8 क्योंकि दोवां दा जोड़ है साडे कोल ते ये आ गई साडे कोल 14 सेंटीमीटर। हुण तिन्ने भुजावां साडे कोल जिहड़ियां त्रिभुज दियां निकल चुकीਆਂ ਹਨ। सो सवाल नूं करन दे लई असीं सब तो पहला इस त्रिभुज का खेत्रफल जो पता करते हैं। हुण देखो सानू नहीं पता x कितना है AP कितना है, ये साडे को देखो कितना बनता है। AP कितनी सी 6 प्लस x आ गया, ये साडे को आ गया 8 प्लस x। हुण देखो इत्थे 6 है तो इत्थे 8 है, इसका मतलब कि दोवें भुजावां अलग अलग आउणगीਆਂ, सेम नहीं होणगीਆਂ। सो इत्थे साडे को खेत्रफल के लिए किहड़ा फॉर्मूला लगेगा साडा, असीं 9th चैप्टर सॉरी 9th क्लास में सीखिया है। चैप्टर साडा 12th ही आई थिंक हीरोज़ फॉर्मूला। सो जिस दे विच असीं हीरो सूत्र की वरतों करके त्रिभुज का खेत्रफल जिहड़ा पता करते सी। सो इत्थे लगावांगे असीं हीरो सूत्र। सो इत्थे लिखते हैं असीं हीरो सूत्र, जिसनूं असीं हीरोज़ फॉर्मूला बोलते हैं। तो सब तो पहला असीं S प्राप्त करते सी। S साडे को की हुंदा सी परिमाप वटा 2, जिसनूं असीं P/2 भी लिखते सी। हुण P की हुंदा है साडे को पैरीमीटर, जिस दे विच मतलब कि तिन्ने भुजावां दा त्रिभुजियां दा जोड़ हुंदा है। सो P बराबर होएगा साडे को AB प्लस BC प्लस AC। सो शुरू करते हैं असीं S प्राप्त करते हैं। AB BC ते EC किन्ने आ साडे को, ये देखो 6 प्लस x, फिर है साडे को 8 प्लस x, फिर है साडे को 14 ते नीचे आ गया साडे को 2। सो S आ गया साडे को 8 6 14, 14 ते 14 28, ये साडे को 28 प्लस 2 x ओवर आ गया 2। सो साडे को कॉमन देखो की आंदा है साझा, 2 साझा आ जाएगा साडे को, ये आ गया साडे को 14 ते ये आ गया x ते वटा आ गया 2। सो 2 नाल 2 कैंसल आ गया तो S साडे को आ गया x प्लस 14 सेंटीमीटर। सो ये आंदा है साडे को S। इस तो बाद आंदा है साडे को हीरो सूत्र दे नाल असीं जिहड़ा त्रिभुज दे खेत्रफल दा फॉर्मूला लगाने हैं, वो लिखते हैं त्रिभुज ABC का खेत्रफल। सो किहदे नाल, हीरो सूत्र दे नाल, ठीक है, ध्यान रखना है। सो जो साडे को होएगा रूट S माइनस A S माइनस सॉरी स्मॉल ए लिख लेंगे असीं B S माइनस C। सो जिहड़े ABC लिखिया ने साडे को त्रिभुज दियां भुजावां हन। सो ABC कोई भी भुजा असीं जिहड़ी रख सकते हैं। सो वैल्यूज़ पुट करते हैं, देखते हैं की बनता साडे को। सो फस्ट ऑफ ऑल वी टेक S कितना साडे को x प्लस 14। सो ये आया साडे को। फिर देखो S लिखना है x प्लस 14 माइनस लिखना है A इस तरह लिख लेंगे असीं। ए समझो पहले A है, A B है साडे को, तो A C है। सो साडे को है 6 प्लस x, 6 प्लस x, ये आ गया साडे को। फिर साडे को आंदा है ये साडे को स्केयर ब्रैकेट आ जाएगी। फिर आया साडे को S माइनस B। सो S कितना है साडे को x प्लस 14 माइनस B कितना है साडे को 8 प्लस x या x प्लस 8 लिख लेंगे हैं, कुछ भी लिख लो, ये आ गया। फिर साडे को है S माइनस C। सो x प्लस 14 माइनस ब्रैकेट करते हैं असीं, ये भी ब्रैकेट च कर लेंगे असीं 14, ये आंदा है साडे को। सो इसनूं सॉल्व करके वेखिए साडे को की बनता है। x प्लस 14 इस तरह ही आ गया। फिर आ गया साडे को x प्लस 14। हुण देखो ब्रैकेट है तो साडे को 6 प्लस x है, ब्रैकेट तो बाहर जो भी माइनस होएगा तो साडे को अंदर वाले साइन जिहड़े चेंज हो जाएंगे। सो साइन चेंज होणगे, साडे को माइनस का 6 आ गया तो माइनस का x आ गया, ये बन गया। इस तरह ही x प्लस 14 फिर साडे को माइनस का 8 आ गया तो माइनस का x आ गया, तो नीचे साडे को आ गया x प्लस 14 माइनस आ गया साडे को 14। क्लीयर। नन साडे को की आंदा है x प्लस 14 एज इट इज़ आएगा
ਸੋ ਇਹ ਸਾਡੇ ਕੋਲ ਕੀ ਆਇਆ x ਮਾਈਨਸ ਐਕਸ ਪੋਜ਼ਿਟਿਵ ਕੈਂਸਲ ਹੋ ਗਿਆ, ਸਾਡੇ ਕੋਲ 14 ਚੋਂ 6 ਮਾਈਨਸ ਕਰੀਏ ਸਾਡੇ ਕੋਲ ਆ ਗਿਆ 8। ਸੋ x ਫਿਰ ਪੋਜ਼ਿਟਿਵ ਨੈਗੇਟਿਵ ਕੈਂਸਲ ਹੋ ਗਿਆ। ਜਦੋਂ ਵੀ ਦੋ ਫੈਕਟਰ ਜਾਂ ਦੋ ਵੈਲਿਊ ਸਾਡੇ ਕੋਲ ਸੇਮ ਹੋਣਗੀਆਂ ਉਹਨਾਂ ਦੇ ਸਾਈਨ ਜਿਹੜੇ ਸਾਡੇ ਕੋਲ ਡਿਫਰ ਹੋਣਗੇ ਇੱਕ ਦੂਸਰੇ ਦੇ ਨਾਲੋਂ ਤਾਂ ਸਾਡੇ ਕੋਲ ਕੈਂਸਲ ਹੋ ਜਾਣਗੇ। ਠੀਕ ਹੈ, ਉਹ ਟਰਮ ਸਾਡੇ ਕੋਲ ਕੈਂਸਲ ਹੋ ਗਈਆਂ। ਦੈਨ 14 ਮਾਈਨਸ 8 ਆ ਗਿਆ ਸਾਡੇ ਕੋਲ 6। ਫਿਰ ਕੀ ਆਉਂਦਾ ਸਾਡੇ ਕੋਲ 14 ਨਾਲ 14 ਕੈਂਸਲ ਤੇ ਰਹਿ ਗਿਆ ਸਾਡੇ ਕੋਲ x। ਸੋ ਦੇਖੋ ਸਾਰੇ ਦੇ ਨਾਲ ਸਾਡੇ ਕੋਲ ਸੀ ਇੱਥੇ ਪਿਆ ਹੋਇਆ ਸੈਂਟੀਮੀਟਰ ਸੀ ਲੱਗੇਗਾ। ਠੀਕ ਹੈ ਨਾ, ਇਹਦੇ ਨਾਲ ਵੀ ਸੈਂਟੀਮੀਟਰ, ਇਹਦੇ ਨਾਲ ਵੀ ਸੈਂਟੀਮੀਟਰ। ਸੋ ਸਾਡੇ ਕੋਲ ਇੱਥੇ ਸੈਂਟੀਮੀਟਰ ਦਾ ਹੈ ਸਕੇਅਰ। ਠੀਕ ਹੈ, ਸੋ ਇੱਧਰ ਵੀ ਸੈਂਟੀਮੀਟਰ ਦਾ ਸਕੇਅਰ। ਹੁਣ ਸਕੇਅਰ ਸਾਨੂੰ ਪਤਾ ਰੂਟ ਨਾਲ ਕੈਂਸਲ ਹੋ ਜਾਂਦਾ ਹੈ, ਸੈਂਟੀਮੀਟਰ ਸਕੇਅਰ ਤਾਂ ਰੂਟ ਨਾਲ ਹੋ ਗਿਆ ਕੈਂਸਲ। ਤਾਂ ਸਾਡੇ ਕੋਲ ਕੀ ਰਹਿ ਗਿਆ, ਇਹ ਦੇਖੋ 8 4 ਦਾ 48 ਆ ਗਿਆ, ਸਾਡੇ ਕੋਲ 48 ਆ ਗਿਆ। x ਪਲੱਸ 14 ਇੱਧਰ x ਆ ਗਿਆ ਅਤੇ ਨਾਲ ਸਾਡੇ ਕੋਲ ਆ ਗਿਆ 48 ਅਤੇ ਸੈਂਟੀਮੀਟਰ ਦਾ ਰੂਟ ਤਾਂ ਕੈਂਸਲ ਹੋ ਗਿਆ। ਇਹਦਾ ਮਤਲਬ ਸਾਡੇ ਕੋਲ ਬਚ ਗਿਆ ਇਕੱਲਾ ਹੀ ਸੈਂਟੀਮੀਟਰ। ਤਾਂ ਇਸ ਤੋਂ ਬਾਅਦ ਸਾਡੇ ਕੋਲ ਕੀ ਆਉਂਦਾ ਹੈ, ਇਹ ਮਲਟੀਪਲਾਈ ਹੋਏਗਾ ਸਾਡੇ ਕੋਲ x ਨੂੰ x ਪਲੱਸ 14 ਨਾਲ ਮਲਟੀਪਲਾਈ ਕੀਤਾ, ਸਾਡੇ ਕੋਲ ਆ ਗਿਆ x ਸਕੇਅਰ ਪਲੱਸ 14x ਅਤੇ 48 ਜਿਹੜਾ ਦਿੱਤਾ ਗਿਆ ਇਸ ਨੂੰ ਅਸੀਂ ਲਿਖਦੇ ਹਾਂ 16 ਮਲਟੀਪਲਾਈ 3, 16 × 48 ਹੁੰਦਾ ਹੈ, ਨਾਲ ਆ ਗਿਆ ਸਾਡਾ ਸੈਂਟੀਮੀਟਰ। ਸੋ 16 ਦਾ ਰੂਟ ਕਿੰਨਾ ਹੁੰਦਾ ਹੈ 4, ਉਹ ਅਸੀਂ ਬ੍ਰੈਕਟ ਤੋਂ ਬਾਹਰ ਲਿਖ ਲਿਆ, ਰੂਟ ਤੋਂ ਬਾਹਰ ਸੌਰੀ ਲਿਖ ਲਿਆ ਅਸੀਂ। ਸੋ 4 ਮਤਲਬ ਕਿ 4 4 ਦਾ 16 ਬਣਦੇ ਆ ਸਾਡੇ ਕੋਲ। ਇਹ ਆ ਗਿਆ ਸਾਡੇ ਕੋਲ 3x ਸਕੇਅਰ ਪਲੱਸ 14x ਸੈਂਟੀਮੀਟਰ। ਸੋ ਇਹ ਜੋ ਆਉਂਦਾ ਹੈ ਸਾਡੇ ਕੋਲ, ਇਹ ਸਾਰਾ ਹੀ ਸਾਡੇ ਕੋਲ ਪ੍ਰਾਪਤ ਹੁੰਦਾ ਹੈ ਸਾਡਾ ਤ੍ਰੈਭੁਜ ABC ਦਾ ਖੇਤਰਫਲ। ਸੋ ਇਹ ਆ ਗਿਆ ਸਾਡੇ ਕੋਲ ਇਸ ਦਾ ਇੱਕ ਖੇਤਰਫਲ। ਹੁਣ ਇਹ ਤਾਂ ਸੀ ਹੀਰੋ ਸੂਤਰ। ਇਸ ਤੋਂ ਬਾਅਦ ਤ੍ਰੈਭੁਜ ਦਾ ਇੱਕ ਫਾਰਮੂਲਾ ਸੀ ਹੋਰ ਦੇਖਦੇ ਹਾਂ ਕੀ ਹੁੰਦਾ ਹੈ। ਤ੍ਰੈਭੁਜ ਦਾ ਖੇਤਰਫਲ ਖੇਤਰਫਲ ਬਰਾਬਰ 1/2 ਗੁਣਾ b ਇੰਟੂ h। ਸੋ b ਇਹਦਾ ਮਤਲਬ ਹੈ ਆਧਾਰ ਅਤੇ h ਦਾ ਮਤਲਬ ਹੈ ਲੰਬ ਸਾਡੇ ਕੋਲ। ਠੀਕ ਹੈ, ਹਾਈਟ। ਹੁਣ ਇਸ ਫਾਰਮੂਲੇ ਦੇ ਅਨੁਸਾਰ ਅਸੀਂ ਕੀ ਕਰਦੇ ਹਾਂ ਕਿ ਇਹ ਜੋ ਸਾਡੇ ਕੋਲ ਪੁਆਇੰਟ C ਹੈ ਇਸ ਨੂੰ ਅਸੀਂ ਇਸ ਸੈਂਟਰ ਵਿੱਚੋਂ ਪਾਸ ਕਰਦੇ ਹੋਏ ਮਤਲਬ ਕਿ ਇਸ ਪੁਆਇੰਟ ਦੇ ਨਾਲ ਮਿਲਾਉਣਾ ਹੈ। ਧਿਆਨ ਰੱਖਣਾ ਹੈ ਕਿ ਇਸ ਦੇ ਨਾਲ ਮਿਲਦਾ ਹੈ ਤਾਂ ਸਾਡੇ ਕੋਲ ਇੱਕ ਤ੍ਰੈਭੁਜੀ ਬਣ ਕੇ ਜਿਹੜੀ ਕਿ ਤਿਆਰ ਹੁੰਦੀ ਹੈ। ਸੋ ਇਸ ਤੋਂ ਬਾਅਦ ਇਸ B ਪੁਆਇੰਟ ਨੂੰ ਅਸੀਂ ਇਹਦੇ ਵਿੱਚੋਂ ਪਾਸ ਕਰਦੇ ਹੋਏ P ਪੁਆਇੰਟ ਦੇ ਨਾਲ ਮਿਲਾ ਦੇਣਾ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਮਿਲ ਜਾਂਦੇ ਹਨ ਅਤੇ ਇਹ ਜਿਹੜੀ ਸਾਈਡ ਹੈ ਸਾਡੀ ਇਸ ਨੂੰ ਵੀ ਅਸੀਂ ਉੱਪਰ ਦੇ ਵੱਲ ਜਿਹੜਾ ਕਿ ਮਿਲਾ ਦੇਣਾ ਹੈ। ਹੁਣ ਸਾਡੇ ਕੋਲ ਜਿਹੜੀ ਫਿਗਰ ਹੈ ਪੂਰੀ ਇਸ ਤਰ੍ਹਾਂ ਬਣ ਜਾਂਦੀ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਇਸ ਵਿੱਚ ਕੀ ਕੁਝ ਹੋ ਰਿਹਾ ਹੈ। 3 ਤ੍ਰੈਭੁਜ ਸਾਡੇ ਕੋਲ ਜਿਹੜੇ ਬਣ ਰਹੇ ਹਨ ਪ੍ਰੋਪਰ, ਕਿਹੜੇ ਹਨ ਅਸੀਂ ਉਹ ਵੇਖਦੇ ਹਾਂ। ਇੱਕ ਸਾਡੇ ਕੋਲ ਬਣ ਰਿਹਾ ਹੈ ਇਸ ਤਰ੍ਹਾਂ, ਇਹ ਬਣ ਰਿਹਾ ਹੈ। ਸੋ ਜਿੱਥੇ ਪੁਆਇੰਟ ਇਹ A ਹੈ, ਇਹ O ਹੈ ਅਤੇ ਇਹ ਪੁਆਇੰਟ ਹੈ ਸਾਡਾ C। ਸੋ ਦੂਸਰੀ ਸਾਈਡ 'ਤੇ ਸਾਡੇ ਕੋਲ ਬਣ ਰਿਹਾ ਹੈ ਇਸ ਤਰ੍ਹਾਂ ਹੀ, A ਪੁਆਇੰਟ ਹੈ, ਫਿਰ ਇੱਕ ਸਾਈਡ ਇਸ ਸਾਈਡ 'ਤੇ ਦਿੱਤੀ ਗਈ ਹੈ, ਦੂਸਰੀ ਇਹ ਹੋ ਗਈ ਸਾਡੇ ਕੋਲ A B ਅਤੇ O। 2 ਤ੍ਰੈਭੁਜ ਇਹ ਹੋ ਗਏ, ਇੱਕ ਸਾਡੇ ਕੋਲ ਇਹ ਬਣਿਆ, ਦੂਸਰਾ ਸਾਡੇ ਕੋਲ ਇਹ ਬਣ ਰਿਹਾ ਹੈ। ਸੋ ਤੀਸਰਾ ਸਾਡੇ ਕੋਲ ਨੀਚੇ ਜਿਹੜਾ ਤ੍ਰੈਭੁਜ ਉਹ ਬਣ ਰਹੀ ਹੈ। ਸੋ ਤੀਸਰਾ ਸਾਡੇ ਕੋਲ ਆ ਜਾਂਦਾ ਹੈ ਇਹ ਜੋ ਬਣ ਰਿਹਾ ਹੈ ਉਹ CB। ਸੋ ਹੁਣ ਅਸੀਂ ਇਹਨਾਂ ਤਿੰਨੇ ਤ੍ਰੈਭੁਜ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਹ ਦੇਖੋ ਇਸ ਦਾ ਕੀ ਹੈ ਸਾਡਾ ਅਰਧ ਵਿਆਸ ਹੈ ਨਾ ਸਾਡਾ, ਇਹ ਵਾਲਾ ਇੱਥੋਂ ਤੱਕ ਦਾ ਅਰਧ ਵਿਆਸ ਹੈ, ਇਹ ਵੀ ਸਾਡਾ ਅਰਧ ਵਿਆਸ ਹੈ। ਸੋ ਜਿਹੜਾ ਵੀ ਸੈਂਟਰ ਤੋਂ ਇੱਕ ਟੇਂਜੈਂਟ ਤੇ ਸਪਰਸ਼ ਰੇਖਾ ਤੇ ਲੰਬ ਡਿੱਗਦਾ ਹੈ ਸਾਡੇ ਕੋਲ ਸੈਂਟਰ ਤੋਂ, ਤਾਂ ਉਹ ਕਿੰਨੇ ਦਾ ਕੋਣ ਬਣਾਉਂਦਾ ਹੈ ਰਾਈਟ ਐਂਗਲ 90 ਡਿਗਰੀ ਦਾ। ਠੀਕ ਹੈ, ਇਹਦਾ ਮਤਲਬ ਇੱਥੇ ਵੀ 90 ਡਿਗਰੀ ਦਾ ਕੋਣ ਬਣਿਆ ਸਾਡਾ, ਤੇ ਇਸ ਤਰ੍ਹਾਂ ਹੀ ਸਾਡੇ ਕੋਲ ਇੱਧਰ ਵੀ 90 ਡਿਗਰੀ ਦਾ ਕੋਣ ਬਣਦਾ ਹੈ ਤੇ ਇਸ ਤਰ੍ਹਾਂ ਸਾਡੇ ਕੋਲ ਇੱਧਰ ਵੀ ਰਾਈਟ ਐਂਗਲ ਜਿਹੜਾ ਉਹ ਬਣਦਾ ਹੈ। ਇਹਦਾ ਮਤਲਬ ਸਾਡੇ ਕੋਲ ਇੱਧਰ ਰਾਈਟ ਐਂਗਲ ਬਣ ਰਿਹਾ ਹੈ, ਇੱਥੋਂ ਵੀ ਰਾਈਟ ਐਂਗਲ ਬਣ ਰਿਹਾ ਹੈ ਤੇ ਇੱਧਰੋਂ ਵੀ ਰਾਈਟ ਐਂਗਲ ਬਣ ਰਿਹਾ ਹੈ। ਸੋ ਹੁਣ ਸਾਡੇ ਕੋਲ 3 ਤ੍ਰੈਭੁਜ ਹਨ। ਅਸੀਂ ਲਿਖਦੇ ਹਾਂ ਤ੍ਰੈਭੁਜ AOC ਦਾ ਖੇਤਰਫਲ ਬਰਾਬਰ 1/2 ਗੁਣਾ ਆਧਾਰ। ਹੁਣ ਆਧਾਰ ਕੀ ਹੁੰਦਾ ਹੈ, ਜਿਸ ਭੁਜਾ ਦੇ ਉੱਪਰ ਜਿਸ ਲਾਈਨ ਸੈਗਮੈਂਟ ਤੇ ਲੰਬ ਡਿੱਗਦਾ ਹੈ ਉਹ ਸਾਡਾ ਆਧਾਰ ਹੁੰਦਾ ਹੈ। ਇਹਦਾ ਮਤਲਬ ਇਹ ਸਾਡਾ ਹੈ ਆਧਾਰ। ਸੋ AC ਕਿੰਨੀ ਹੈ ਸਾਰੀ ਸਾਡੇ ਕੋਲ, ਦੇਖੋ AC ਹੈ 6 + x। ਸੋ ਆਧਾਰ ਦੀ ਜਗ੍ਹਾ ਤੇ B ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ 6 + x। ਇਟ ਮੀਨਸ ਬੇਸ ਕਿੰਨਾ ਆ ਗਿਆ ਸਾਡੇ ਕੋਲ 6 + x।
ਨਾਲ ਸਾਡੇ ਕੋਲ ਹਾਈਟ ਹੈ। ਸੋ ਇਹ ਜਿਹੜਾ ਲੰਬ ਹੋਏਗਾ ਇਹ ਸਾਡਾ ਹੋਏਗਾ ਹਾਈਟ। ਸੋ ਲੰਬ ਕੀ ਹੈ ਸਾਡੇ ਕੋਲ, ਇਹ ਸਾਡੇ ਕੋਲ ਦੇਖੋ ਇਹ ਸੈਂਟਰ ਹੈ, ਸੈਂਟਰ ਤੋਂ ਚੱਕਰ ਦੇ ਕਿਸੇ ਵੀ ਬਿੰਦੂ ਤੇ ਰੇਖਾ ਖਿੱਚੀ ਜਾਵੇ ਤਾਂ ਸਾਡੇ ਕੋਲ ਕੀ ਆਉਂਦਾ ਹੈ, ਅਰਧ ਵਿਆਸ। ਇਹਦਾ ਮਤਲਬ ਇਹ ਵੀ ਅਰਧ ਵਿਆਸ ਹੈ, ਇਹ ਵੀ ਹੈ ਸਾਡੇ ਕੋਲ, ਤੇ ਇਹ ਵੀ ਰੇਡੀਅਸ ਹੈ। ਸੋ ਜਿਹੜਾ ਸਾਡੇ ਕੋਲ ਸਰਕਲ ਦਾ ਰੇਡੀਅਸ ਜਾਂ ਦਿੱਤਾ ਹੈ ਜਾਂ ਅਰਧ ਵਿਆਸ ਦਿੱਤਾ ਗਿਆ ਹੈ ਉਹ ਸੀ ਸਾਡੇ ਕੋਲ ਰੇਡੀਅਸ ਬਰਾਬਰ 4 ਸੈਂਟੀਮੀਟਰ ਗਿਵਨ ਦਿੱਤਾ ਗਿਆ। ਸੋ ਇਹਦਾ ਮਤਲਬ ਇਹ ਵੀ 4 ਸੈਂਟੀਮੀਟਰ ਹੋਇਆ ਸਾਡੇ ਕੋਲ, ਇਹ ਵੀ 4 ਸੈਂਟੀਮੀਟਰ ਅਤੇ ਇਹ ਵੀ 4 ਸੈਂਟੀਮੀਟਰ। ਸੋ ਇੱਥੇ ਨਾਲ ਮਲਟੀਪਲਾਈ ਅਸੀਂ ਕਰਦੇ ਹਾਂ ਕਿਹਦੇ ਨਾਲ, 4 ਸੈਂਟੀਮੀਟਰ ਦੇ ਨਾਲ। ਇਹ ਆ ਗਿਆ ਸਾਡਾ 4 ਸੈਂਟੀਮੀਟਰ। ਸਾਡੇ ਕੋਲ ਕੀ ਬਣਦਾ ਹੈ, 2 ਦੂਣੀ 4 ਕੱਟਿਆ ਗਿਆ ਸਾਡੇ ਕੋਲ 2 ਟੂ ਦਾ 4। ਸੋ 2 ਨੂੰ ਮਲਟੀਪਲਾਈ ਕਰੋ, ਸਾਡੇ ਕੋਲ ਆ ਗਿਆ 2 ਛਿੱਕੇ 12 ਪਲੱਸ 2x। ਸੋ ਇਹ ਆ ਗਿਆ ਸਾਡੇ ਕੋਲ ਇਕੁਏਸ਼ਨ ਫਸਟ ਆ ਜਾਂਦੀ ਹੈ, ਮਤਲਬ ਕਿ ਤ੍ਰੈਭੁਜ AOC ਦਾ ਖੇਤਰਫਲ ਆ ਗਿਆ। ਇਸੇ ਤਰ੍ਹਾਂ ਹੀ ਅਸੀਂ ਤ੍ਰੈਭੁਜ AOB ਦਾ ਖੇਤਰਫਲ ਕੱਢਾਂਗੇ, AOB ਦਾ ਖੇਤਰਫਲ। ਸੋ ਬਰਾਬਰ ਆਏਗਾ ਸਾਡੇ ਕੋਲ 1/2 ਗੁਣਾ 8 ਪਲੱਸ x ਆ ਜਾਏਗਾ ਸਾਡੇ ਕੋਲ। ਸੋ ਗੁਣਾ ਆ ਜਾਏਗਾ ਸਾਡੇ ਕੋਲ 4। ਸੋ 2 ਟੂ ਦਾ 4 ਕੈਂਸਲ ਹੋ ਗਿਆ ਸਾਡੇ ਕੋਲ, ਇਹ ਵੀ ਸਾਡੇ ਕੋਲ ਆ ਗਿਆ 1/2 ਸੌਰੀ ਇਹ ਕੈਂਸਲ ਹੋ ਗਿਆ ਸਾਡੇ ਕੋਲ 2 8 16 ਪਲੱਸ 2x। ਸੋ ਨਾਲ ਖੇਤਰਫਲ ਹੈ ਤਾਂ ਸਾਡੇ ਕੋਲ ਕੀ ਆਏਗਾ ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਇਹ ਵੀ ਸਾਡੇ ਕੋਲ ਕੀ ਆਏਗਾ ਸੈਂਟੀਮੀਟਰ ਸਕੁਅਰ, ਤੇ ਇਕੁਏਸ਼ਨ ਆ ਗਈ ਸਾਡੇ ਕੋਲ 2। ਫਿਰ ਇਸ ਤੋਂ ਬਾਅਦ ਸਾਡੇ ਕੋਲ ਤ੍ਰੈਭੁਜ ਰਹਿ ਗਈ ਸਾਡੀ OBC। ਸੋ ਇਸ ਤਰ੍ਹਾਂ ਹੀ ਤ੍ਰੈਭੁਜ OBC ਦਾ ਖੇਤਰਫਲ। ਸੋ OBC ਦਾ ਖੇਤਰਫਲ ਵੀ ਆਏਗਾ 1/2 ਗੁਣਾ ਬੇਸ ਕਿੰਨਾ ਹੈ ਸਾਡੇ ਕੋਲ, ਨੀਚੇ ਵਾਲਾ ਬੇਸ ਹੈ ਜੋ ਸਾਡੇ ਕੋਲ ਕਿੰਨਾ ਹੈ 14, 6 ਪਲੱਸ 8 ਹੈ ਨਾ ਸਾਡੇ ਕੋਲ 14 ਮਲਟੀਪਲਾਈ 2। ਸੋ 2 ਨਾਲ 2 ਕੈਂਸਲ ਹੋ ਗਿਆ ਸਾਡੇ ਕੋਲ, ਨਾਲ ਸੈਂਟੀਮੀਟਰ ਸਕੁਅਰ, ਤੇ ਸਾਡੇ ਕੋਲ ਆਉਂਦਾ ਹੈ 14 ਸੈਂਟੀਮੀਟਰ ਸਕੁਅਰ। ਸੋ ਸਾਡੇ ਕੋਲ ਇਹ ਆ ਜਾਂਦੀ ਹੈ ਇਕੁਏਸ਼ਨ 3। ਸੋ ਇਸ ਦੇ ਨਾਲ ਸਾਡਾ ਇਹ ਹਿੱਸਾ ਤਾਂ ਖਤਮ ਹੁੰਦਾ ਹੈ। ਹੁਣ ਥੋੜਾ ਜਿਹਾ ਅਸੀਂ ਪਹਿਲਾਂ ਕਲੀਅਰ ਕਰ ਲਈ ਕਨਸੈਪਟ ਅਸੀਂ ਕਰਨਾ ਕੀ ਹੈ, ਫਿਰ ਅਸੀਂ ਇਸ ਨੂੰ ਅਰੇਂਜ ਕਰਕੇ ਥੋੜਾ ਫਿਰ ਅਸੀਂ ਆਪਣਾ ਅਗਲਾ ਜਿਹੜਾ ਕਨਸੈਪਟ ਆ ਉਹ ਕਰਾਂਗੇ। ਹੁਣ ਦੇਖੋ ਪੂਰੀ ਤ੍ਰੈਭੁਜ ਸੀ ਸਾਡੇ ਕੋਲ, ਉਸ ਦਾ ਖੇਤਰਫਲ ਕਿੰਨਾ ਆਇਆ 4√3x² ਪਲੱਸ 14x। ਉਸ ਤੋਂ ਬਾਅਦ ਇੱਕ ਤ੍ਰੈਭੁਜ ਅਸੀਂ ਹੋਰ ਬਣਾਏ, ਜਿਹੜੇ ਸਾਡੇ ਕੋਲ 3 ਤ੍ਰੈਭੁਜ ਬਣੇ ਇਸ ਦੇ ਵਿੱਚ, ਠੀਕ ਹੈ, ਇਹ 1 2 ਤੇ 3 ਜਿਸ ਤਰ੍ਹਾਂ ਅਸੀਂ ਅਲੱਗ-ਅਲੱਗ ਵੀ ਬਣਾਏ ਹਨ। ਸੋ ਉਹਨਾਂ ਤਿੰਨਾਂ ਦਾ ਵੀ ਅਸੀਂ ਖੇਤਰਫਲ ਜੋੜ ਦਈਏ, ਮਤਲਬ ਕਿ 1 2 ਤੇ 3 ਨੂੰ ਜੋੜ ਦਈਏ ਤਾਂ ਸਾਡੇ ਕੋਲ ਕਿਹਦਾ ਖੇਤਰਫਲ ਬਣ ਜਾਏਗਾ, ਪੂਰੀ ਤ੍ਰੈਭੁਜ ABC ਦਾ ਹੀ ਖੇਤਰਫਲ ਜਿਹੜਾ ਬਣ ਕੇ ਤਿਆਰ ਹੋ ਜਾਏਗਾ। ਕਲੀਅਰ। ਹੁਣ ਸਾਡੇ ਕੋਲ 2 ਖੇਤਰਫਲ ਆ ਗਏ, ਇੱਕ ਤਾਂ ਇਹ ਵਾਲਾ ਆ ਗਿਆ, ਦੂਸਰਾ ਆ ਜਾਏਗਾ ਸਾਡੇ ਕੋਲ ਇਹਨਾਂ ਤਿੰਨਾਂ ਨੂੰ ਜੋੜ ਕੇ। ਸੋ ਇਹਨਾਂ ਤਿੰਨਾਂ ਦਾ ਪਲੱਸ ਤੇ ਇਹ ਵਾਲਾ ਖੇਤਰਫਲ ਦੋਵੇਂ ਬਰਾਬਰ ਹੋਣਗੇ ਕਿਉਂਕਿ ਇੱਕੋ ਹੀ ਤ੍ਰੈਭੁਜ ਦੇ ਖੇਤਰਫਲ ਹਨ। ਸੋ ਹੁਣ ਅਸੀਂ ਆਪਣੇ ਕਨਸੈਪਟ ਦੇ ਵਿੱਚ ਇਹੀ ਚੀਜ਼ ਸਿੱਖਣੀ ਹੈ ਤੇ ਫਿਰ ਅਸੀਂ ਆਪਣੀ ਜਿਹੜੀ AC ਹੈ ਜਾਂ AB ਹੈ ਉਹ ਪਤਾ ਕਰਨੇ ਹਨ। ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਤ੍ਰੈਭੁਜ ABC ਦਾ ਖੇਤਰਫਲ ਬਰਾਬਰ ਹੈ ਤ੍ਰੈਭੁਜ AOC ਪਲੱਸ ਤ੍ਰੈਭੁਜ AOB ਪਲੱਸ ਤ੍ਰੈਭੁਜ OBC ਖੇਤਰਫਲ, ਮਤਲਬ ਕਿ ਇਹਨਾਂ ਤਿੰਨਾਂ ਤ੍ਰੈਭੁਜ ਦੇ ਖੇਤਰਫਲ ਜੋੜਦੇ ਤਾਂ ਇਹਦੇ ਬਰਾਬਰ ਆਉਂਦੇ ਹਨ। ਸੋ ਇਸ ਦਾ ਖੇਤਰਫਲ ਸਾਡੇ ਕੋਲ ਕਿੰਨਾ ਆਉਂਦਾ ਹੈ, ਠੀਕ ਹੈ, ਇਹ ਹੈ ਸਾਡੇ ਕੋਲ 4√3, ਫਿਰ ਆ ਸਾਡੇ ਕੋਲ 14x ਪਲੱਸ x² ਨਾਲ ਸੈਂਟੀਮੀਟਰ ਸਕੁਅਰ। ਸੋ ਇਕੱਲਾ ਸੈਂਟੀਮੀਟਰ ਸਾਡੇ ਕੋਲ। ਸੋ ਬਰਾਬਰ ਆ ਗਿਆ ਸਾਡੇ ਕੋਲ ਇਕੁਏਸ਼ਨ 1 ਇਕੁਏਸ਼ਨ 2 ਤੇ ਪਲੱਸ ਇਕੁਏਸ਼ਨ 3। ਤਿੰਨਾਂ ਇਕੁਏਸ਼ਨ ਨੂੰ ਜੋੜਾਂਗੇ ਅਸੀਂ 4 3 14x ਪਲੱਸ x² ਇਜ਼ ਸੈਂਟੀਮੀਟਰ ਇਜ਼ ਇਕੁਅਲ ਟੂ ਆ ਗਿਆ ਸਾਡੇ ਕੋਲ 12 ਪਲੱਸ 2x, ਫਿਰ ਆ ਗਿਆ ਸਾਡੇ ਕੋਲ 16 ਪਲੱਸ 2x, ਫਿਰ ਆ ਗਿਆ ਸਾਡੇ ਕੋਲ 14। ਸੋ ਸਾਰੇ ਦੇ ਵਿੱਚ ਸਾਡੇ ਕੋਲ ਸੈਂਟੀਮੀਟਰ ਦਾ ਆ ਗਿਆ ਸਕੁਅਰ, ਕਾਮਨ ਆ ਗਿਆ ਨਾ, ਇਹਦਾ ਵੀ ਸੈਂਟੀਮੀਟਰ ਸਕੁਅਰ ਇਹਦੇ ਨਾਲ ਵੀ ਸੀ ਇਹਦੇ ਨਾਲ ਵੀ ਸੀ, ਇਹਨਾਂ ਦਾ ਸਾਡੇ ਕੋਲ ਕੀ ਆ ਗਿਆ ਕਾਮਨ। ਸੋ ਇਹ ਸੈਂਟੀਮੀਟਰ ਜਿਹੜਾ ਸਾਡੇ ਕੋਲ ਇਸ ਨਾਲ ਕੈਂਸਲ ਹੋ ਗਿਆ, ਤਾਂ ਹੁਣ ਸਾਡੇ ਕੋਲ ਕੀ ਬਚਿਆ ਇਹ 4√3 14x ਪਲੱਸ x² ਇਜ਼ ਇਕੁਅਲ ਟੂ। ਸੋ ਇਹਦੇ ਵਿੱਚ x ਨੂੰ ਪਹਿਲਾਂ ਅਸੀਂ ਇਕੱਠਾ ਕਰਦੇ ਕਿੰਨਾ ਬਣਦਾ ਹੈ 2x ਕਿੰਨਾ ਹੋ ਗਿਆ ਸਾਡੇ ਕੋਲ 4x। ਸੋ ਬਾਕੀ ਸਾਡੇ ਕੋਲ ਬਣਦਾ ਹੈ 12 ਤੇ 16, ਸਾਡੇ ਕੋਲ ਕਿੰਨਾ ਆ ਗਿਆ 28 28 ਤੇ 14 ਅਸੀਂ ਜੋੜੀਏ ਤਾਂ ਸਾਡੇ ਕੋਲ ਕਿੰਨਾ ਆ ਗਿਆ 28 10 38 ਤੇ 4 42 ਪਲੱਸ 42 ਸੈਂਟੀਮੀਟਰ। ਸੋ ਇਹ ਸਾਰਿਆਂ ਦਾ ਸਮ ਕਰਕੇ ਸਾਡੇ ਕੋਲ ਬਣਦਾ ਹੈ। ਸੋ ਥੋੜਾ ਜਿਹਾ ਅਸੀਂ ਦੇਖੀਏ ਤਾਂ ਸਾਡੇ ਕੋਲ ਇੱਥੇ 14, ਇਸ ਨੂੰ ਦੇਖੋ ਧਿਆਨ ਦੇ ਨਾਲ, ਇਹ ਸਾਡੇ ਕੋਲ ਕਿੰਨਾ ਸੀ ਰੇਡੀਅਸ 4, ਇੱਥੇ ਸਾਡੇ ਕੋਲ ਆਣਾ ਸੀ 4,
क्योंकि सारिਆਂ ਦਾ 4 ਸੀ ਸਾਡੇ ਕੋਲ ਹਾਈਟ, ठीक है। 2 2 ज़ा 4, सो ਸਾਡੇ ਕੋਲ आ जाना सी 14 दूना 28, 14 2 ज़ा 28, ठीक है। सो इत्थे जिथे 14 है ਸਾਡੇ ਕੋਲ आ गया 28, सो ਸਾਡੇ ਕੋਲ प्लस ਜਿਹੜਾ ਉਹ चेंज हो जाएगा। सो ਸਾਡੇ ਕੋਲ ਵੱਧ ਗਏ ने, ਸਾਡੇ ਕੋਲ आ गया 56। ਹੁਣ ਸਾਡੇ ਕੋਲ कॉमन आ गया 4, फिर आएगा साढ़े को x प्लस 4 एकम 4, 4 चौके 16, नाल आ गया सेंटीमीटर। सो इस साइड ते साढ़े को 4 3 रूट 14x प्लस x का स्क्वेयर। सो 4 के नाल 4 कैंसल हो गया साढ़े को, तो हुण साढ़े को की बचा है 3 रूट 14x प्लस x स्क्वेयर इज इक्वल टू x प्लस 14 सेंटीमीटर। सो ये देखो एक साइड ते साढ़े को रूट है, दूसरी साइड ते नहीं है, तो असीं की करते हैं स्केयरिंग बोथ साइड। सो दोनों पासे असीं जिहड़ा वर्ग है वो कर देना है। सो इत्थे लिखते हैं असीं, इनू साफ करना पएगा सानू। दोवां पासे वर्ग करन ते, सो दोवां नूं असीं वर्ग करते हैं, साडे कोल इसदा वर्ग करांगे तो साडे कोल कैंसल हो जाएगा रूट। साडे कोल रह गया 3 14x प्लस एक्स स्केयर इज इक्वल टू इसका स्केयर हो जाएगा साढ़े को x प्लस 14 का स्केयर। साढ़े को हो गया 3 14x प्लस एक्स स्केयर इज इक्वल टू ਇਹਦਾ ਫਾਰਮੂਲਾ ਲਗਾਉਂਦੇ ਹਾਂ। ਇਹਨੂੰ ਸਭ ਤੋਂ ਪਹਿਲਾਂ ਮਲਟੀਪਲਾਈ ਹੀ ਕਰ ਲਓ। 14 ਤੀ 42, 42x प्लस 3x स्केयर, ਫਾਰਮੂਲਾ ਲੱਗਾ ਸਾਡੇ को a स्केयर x स्केयर प्लस 14 का स्केयर ਕੀਤਾ ਸਾਡੇ को 196 प्लस 2ab 28x। ਹੁਣ ਸਾਡੇ को की बनता है 42x माइनस कर लो 28x प्लस 3x स्केयर माइनस कर दो x स्केयर, सो माइनस कर दो 196 इक्वल टू 0। ਇਹਦਾ मतलब ये सारा फैक्टर ਜਿਹੜਾ ਸਾਡਾ ਅਸੀਂ ਆਪਣੇ ट्रांसपोर्ट करके ਖੱਬੇ ਪਾਸੇ ਲੈ ਆਂਦਾ है, ਤੇ ਨਾਲ ਹੀ ਉਹ ਜਿਹੜੇ ਸਾਈਨ ਹੋਣਗੇ ਉਹ ਸਾਡੇ ਕੋਲ ਚੇਂਜ ਹੋ ਜਾਣਗੇ, ठीक है। 28 ਦਾ ਸਾਈਨ ਚੇਂਜ ਹੋ ਗਿਆ, x ਦਾ ਹੋ ਗਿਆ ਸਕੇਅਰ ਦਾ, 196 ਦਾ ਹੋ ਗਿਆ। ਸੋ ਇਹਨੂੰ ਮਾਈਨਸ ਕਰੋ, ਕਿੰਨਾ ਆਉਂਦਾ ਸਾਡੇ ਕੋਲ x 12 ਚੋਂ 8 4 3 ਚੋਂ 2 1 14x प्लस आ गया साढ़े को 2x स्केयर माइनस आ गया 196 इक्वल टू 0। सो हम सब तो पहले देखिए साढ़े को कॉमन की आता है, ठीक है। इस सारे चो कॉमन निकलता है साढ़े को 2 2 7 ज़ा 14 7x प्लस एक्स स्केयर माइनस 2 9 ज़ा 18 2 8 ज़ा 16 इक्वल टू 0। साढ़े को आ गया सारा ही एक्स स्केयर प्लस 7x माइनस 98 इज इक्वल टू 0। सो जो 2 सी साढ़े को 0 ਨਾਲ डिवाइड हो जाएगा राइट साइड पर जाके, तो साढ़े को 0 बन जाएगा, तो साढ़े को एक क्वाड्रेटिक इक्वेशन या दो घाती समीकरण बच जाती है, जो है साढ़े को ये वाली। सो दो घाती समीकरण हल करने का ढंग की है साढ़े को, असी फॉर्मूला लगावांगे, ठीक है, फैक्टराइजेशन मैथड लगावांगे। सो किस तरह लगाते हैं असी एक्स स्केयर प्लस ब्रैकेट माइनस 98 इज इक्वल टू 0। हुण असी 7 नूं 2 भाग दे विच तोड़ना है, तो उन्होंने सानूं गुणा करके कितना आना चाहिए है 98। इन्होंने दोवों की मल्टीप्लीकेशन बननी चाहिए है, तो प्लस दे या माइनस से साढ़े को की बनने चाहिए हैं 7x। सो हुण देखते हैं असी 14 7 98, ठीक है। 14 ਨੂੰ 7 ਨਾਲ गुणा करो, साढ़े को आ 98। सो 14 चो 7 माइनस करो, साढ़े को आ जाएगा 7 आ जाएगा। सो इसका मतलब साढ़े को आ गया 14x माइनस 7x। क्लीयर। सो साढ़े को होया x स्केयर प्लस 14x माइनस 7x माइनस 98 इज इक्वल टू 0। फिर असी दो दो दे सैट बनाते, एक्स कॉमन साढ़े को आ गया एक्स प्लस 14। सो ध्यान रखो एक ब्रैकेट में जो आता है दूसरी भी साढ़े को वही आएगा। सो इसनों वधिया ढंग नाल सीखण दे लई अपना चैप्टर जो 3rd है तुसीं असी क्लास लगाईआं उन्होंने देख लिया जाए, जिस असी फैक्टराइजेशन मैथड नूं बहुत ही वधिया ढंग दे नाल क्लीयर किया है। तो ये साढ़े को आता है माइनस इत्थे 7 आ गया कॉमन, सो इधर आ गया एक्स प्लस 14 इज इक्वल टू 0। सो हुण साढ़े को बचदा है एक एक्स प्लस 14, दूसरा आता है साढ़े को एक्स माइनस 7 इज इक्वल टू 0। एक्स प्लस 14 इज इक्वल टू 0 करते हैं, तो नाल ही असी एक्स माइनस 7 इज इक्वल टू 0 करते हैं। सो इस साइड पर देखो साढ़े को आंसर आता है नैगेटिव, ठीक है, तो इस साइड पर साढ़े को आंसर आता है पॉजिटिव। सो नैगेटिव वाले आंसर को असी कैंसल कर देना होंदा है, नैगेटिव वाला आंसर असी नहीं लेना, ठीक है। तो इसलिए असी की लैंदे प्लस का साइन, इसलिए एक्स बराबर आ गया साढ़े को 7। सो जो एक्स 7 आ गया साढ़े को, तो फिर देखो साढ़े को जी ए सी है जो असी पता करनी सी, वो साढ़े को की आती है ए सी आएगी साड़ी बराबर 6 प्लस एक्स। सो 6 प्लस एक्स कितना है 7 साढ़े को, 7 6 13 सेंटीमीटर। सो ए बी कितनी आ जाएगी साढ़े को 8 प्लस एक्स सी 7 आ गया, साढ़े को आ गया 15 सेंटीमीटर।
ਸੋ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਸਾਈਡਸ ਨੇ ਏ ਸੀ ਅਤੇ ਏ ਬੀ ਜਿਹੜੀਆਂ ਪ੍ਰਾਪਤ ਹੁੰਦੀਆਂ ਹਨ। ਸੋ ਕੁਐਸਚਨ ਦੇਖੋ, ਸਾਡੇ ਕੋਲ ਜਦੋਂ ਅਸੀਂ ਸਟੇਟਮੈਂਟ ਪੜ੍ਹੀ ਸੀ ਤਾਂ ਲੱਗਦਾ ਸੀ ਕਿ ਅਸੀਂ ਸਿਰਫ ਇਹ ਸਾਈਡਸ ਹੀ ਫਾਈਂਡ ਕਰਨੀਆਂ ਹਨ ਤੇ ਬਸ ਸਾਨੂੰ ਹੋ ਸਕਦਾ ਸੀ ਲੱਗਾ ਹੋਵੇ ਕਿ ਈਜ਼ੀ ਹੈ, ਠੀਕ ਹੈ। ਪਰ ਥੋੜਾ ਜਿਹਾ ਸਾਨੂੰ ਸਟੇਟਮੈਂਟ ਪੜ੍ਹ ਕੇ ਤਾਂ ਈਜ਼ੀ ਲੱਗਾ ਕਿ ਇਕੱਲਾ ਸਾਈਡਾਂ ਦੀ ਗੱਲ ਕੀਤੀ ਗਈ ਹੈ, ਕਿਹੜਾ ਕੁਝ ਹੋਰ ਕਿਹਾ ਗਿਆ। ਪਰ ਜਦੋਂ ਕੁਐਸਚਨ ਨੂੰ ਪੂਰਾ ਅਸੀਂ ਵੇਖਿਆ ਪਰਖਿਆ ਤਾਂ ਸਾਡੇ ਕੋਲ ਕੀ ਆਇਆ ਕਿ ਪਹਿਲਾਂ ਸਾਨੂੰ ਉਸਦਾ ਖੇਤਰਫਲ ਕੱਢਣਾ ਪੈ ਗਿਆ 2 ਵਾਰੀ। ਪਹਿਲਾਂ ਪੂਰੀ ਤ੍ਰਿਭੁਜ ABC ਦਾ ਕੱਢਿਆ, ਜਿਸ ਲਈ ਅਸੀਂ ਹੀਰੋ ਸੂਤਰ ਦੀ ਵਰਤੋਂ ਕੀਤੀ ਸੀ, ਸਾਡੇ ਕੋਲ ਆਨਸਰ ਆਇਆ ਸੀ। ਫਿਰ ਅਸੀਂ ਉਸ ਤ੍ਰਿਭੁਜ ਦੇ ਵਿੱਚ ਜਿਹੜੇ ਸੀ ਸੈਂਟਰ ਦੇ ਵਿੱਚੋਂ ਅਸੀਂ ਜਿਹੜੀਆਂ ਰੇਖਾਵਾਂ ਪਾਸ ਕੀਤੀਆਂ, ਜਿਹੜੀਆਂ C ਨੂੰ Q ਨਾਲ ਮਿਲਾਇਆ ਤੇ B ਨੂੰ P ਨਾਲ ਮਿਲਾਇਆ, ਤਾਂ ਸਾਡੇ ਕੋਲ 3 ਤ੍ਰਿਭੁਜ ਅਲੱਗ ਤਿਆਰ ਹੋ ਗਏ ਤੇ ਫਿਰ ਅਸੀਂ ਉਹਨਾਂ 3 ਤ੍ਰਿਭੁਜ ਦਾ ਖੇਤਰਫਲ ਜੋ ਸਾਡੇ ਕੋਲ ਇਹ ਸੀ ਉਹ ਪ੍ਰਾਪਤ ਕੀਤਾ। ਫਿਰ ਅਸੀਂ ਦੋਵਾਂ ਦੇ ਖੇਤਰਫਲ ਨੂੰ ਬਰਾਬਰ ਕੀਤਾ ਤੇ ਫਿਰ ਅਸੀਂ ਇੱਕ ਦੋ ਘਾਤੀ ਸਮੀਕਰਨ ਤੇ ਪਹੁੰਚੇ ਤਾਂ ਫਿਰ ਅਸੀਂ ਉਸ ਨੂੰ ਹੱਲ ਕੀਤਾ ਤਾਂ ਸਾਡੇ ਕੋਲ x ਦਾ ਜਿਹੜਾ ਆਨਸਰ ਆਇਆ ਤੇ ਫਿਰ x ਦੇ ਆਨਸਰ ਨੂੰ ਅਸੀਂ ਪੁੱਟ ਕੀਤਾ ਤਾਂ ਸਾਡੇ ਕੋਲ ਸਾਈਡਸ ਦੀ ਜਿਹੜੀ ਲੈਂਥ ਸੀ AB ਅਤੇ AC ਦੀ ਉਹ ਪ੍ਰਾਪਤ ਹੁੰਦੀ ਹੈ। ਸੋ ਕੁਐਸਚਨ ਥੋੜਾ ਲੈਂਥੀ ਸੀ, ਪਰ ਜੇਕਰ ਤੁਸੀਂ ਸਟੈਪ ਵਾਈਜ਼ ਕਰੋਗੇ, ਸਟੈਪ ਕੀ ਬਣੇ ਨੇ, ਸਭ ਤੋਂ ਪਹਿਲਾਂ ਗਿਵਨ ਲਿਖ ਲਓ, ਜੋ ਪਤਾ ਕਰਨਾ ਉਹ ਲਿਖ ਲਓ, ਸਬੂਤ ਲਿਖ ਲਓ। ਫਿਰ ਪਹਿਲਾ ਸਟੈਪ ਆ ਗਿਆ ਤੁਹਾਡੇ ਕੋਲ ਸੋਲਵ ਕਰਨ ਦੇ ਵਿੱਚ ਕਿ ਤ੍ਰਿਭੁਜ ABC ਦਾ ਖੇਤਰਫਲ ਪਤਾ ਕਰਨਾ ਹੈ ਹੀਰੋ ਸੂਤਰ ਦੇ ਨਾਲ, ਕਲੀਅਰ। ਫਿਰ ਉਸ ਤੋਂ ਬਾਅਦ 2-3 ਜਿਹੜੇ ਤ੍ਰਿਭੁਜ ਬਣੇ ਉਹਨਾਂ ਦਾ ਖੇਤਰਫਲ ਕੱਢ ਲਓ, ਕਲੀਅਰ ਹੋ ਗਿਆ। ਫਿਰ ਉਹਨਾਂ ਤਿੰਨਾਂ ਦੇ ਖੇਤਰਫਲ ਨੂੰ ਜੋੜ ਕੇ ਕਿਹਦੇ ਬਰਾਬਰ ਕਰ ਦਿਓ, ਇਸ ਖੇਤਰਫਲ ਦੇ। 2 ਸਟੈਪ ਹੋ ਗਏ। ਤੀਸਰਾ ਹੋ ਗਿਆ ਕਿ ਉਹਨਾਂ ਨੂੰ ਬਰਾਬਰ ਕਰਤਾ। ਚੌਥੇ ਸਟੈਪ ਦੇ ਵਿੱਚ ਤੁਹਾਡੇ ਕੋਲ ਇੱਕ 2 ਘਾਤੀ ਸਮੀਕਰਨ ਬਣ ਕੇ ਤਿਆਰ ਹੁੰਦੀ ਹੈ, ਠੀਕ ਹੈ। 5ਵੇਂ ਦੇ ਵਿੱਚ ਅਸੀਂ ਉਸ ਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਸਵਾਲ ਜਿਹੜਾ ਸੋਲਵ ਹੋ ਜਾਂਦਾ ਹੈ। ਸੋ ਉਮੀਦ ਕਰਦਾ ਹਾਂ ਇਹ ਕੁਐਸਚਨ ਤੁਹਾਨੂੰ ਜਿਹੜਾ ਕਿ ਕਲੀਅਰ ਹੋ ਗਿਆ ਹੋਵੇਗਾ। ਸੋ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰੋ, ਦੂਜੇ ਬੱਚਿਆਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੇ ਲਿੰਕ ਜਿਹੜੇ ਨੇ ਪ੍ਰਾਪਤ ਹੁੰਦੇ ਰਹਿਣ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।